परम सत्कारयोग गुरु रूप साध संगत जीओ, वाहिगुरु जी का खालसा, वाहिगुरु जी की फतेह। मैं पिछले साल भी इस दरबार में हाज़री भरी सी ते अज फिर मैनू सुभागा मौका मिलिया कि मैं तुहाडे दर्शन कर सकां। पंजाब विच खास तौर पे जदों भी असीं किसी धार्मिक अदारे विच दाखिल हुंदे हां ते सानू, मैं अपनी गल कर रहा कि कभी भी इन्ना उच्चा ते सुच्चा एहसास नहीं हुंदा जिन्ना इत्थे आके हुंदा। ते तुहाडे वल देख के ते तुहाडे वल सोच के मैनू इस तरह महसूस हुंदा कि मैं इखलाक विच भी तुहाडे जिन्ना उच्चा नहीं है ते पहरावे विच भी मैं तुहाडे जिन्ना सुच्चा नहीं है। ते मैं जिहनूं जिहड़ा 10वें पातशाह दा सिंह जिन्हों संत सिपाही कहंदे आ जां कह सकदे हैं तुसीं, मैं उस तरह का संत सिपाही भी नहीं है। मैं अपने आप नूं गुरु नानक पातशाह का एक बहुत ही निमाणा जिहा, एक अदना जिहा सिख जरूर समझदा। ते गुरु नानक साहब ने सानू बहुत सारिया नेमतां दे नाल माला माल कीता। उन्होंने सानू इखलाक दिता, पहरावा दिता और उन्होंने सानू होश दिती है, जोश दिता। तो उन्होंने साडे सामने एक उपलक्ष रखिया, उन्होंने सामने एक मोटो जिवें हुंदा वो एक साडे सामने रखिया। जे गुरु नानक साहब दे सामने जिहड़ा एक जिंदगी का, समाज का एक माटो, एक उपलक्ष, एक निशाना, एक एम, जे उन्होंने देखा जाए वो किहड़ा सी, वो सिर्फ दो शब्दों में बयान किया जा सकता, सांझीवालता ते सरबत दा भला। ये साडा उपलक्ष है, ये साडी मंजिल है, ये साडा मकसद है जिंदगी का, समाज का। अगला सवाल पैदा हुंदा भी असीं इस मंजिल तक, इस मकसद तक पहुँचना किवें है। इस मंजिल वाल, इस मकसद वाल वो राह किहड़ा है, जिहड़ा वो राह है जिहदे राह ते तुर के असीं इस मंजिल नूं हासिल करना, सांझीवालता ते सरबत दे भले नूं। इस गल लई सानू गुरु नानक पातशाह दे जीवन वाल झाती मारनी पैंदी है ते उन्हां दी बाणी दा अध्ययन करना पैंदा। ते वो जिहड़ा अध्ययन है बाणी दा ते गुरु पातशाह दे जीवन दा, ਉਹਦੇ ਵਿੱਚੋਂ ਇੱਕੋ ਹੀ ਚੀਜ਼ ਜਿਹੜੀ ਸਾਹਮਣੇ ਆਉਂਦੀ ਆ ਉਹ ਹੈਗੀ ਆ ਨਾਮ ਮਾਰਗ। ਨਾਮ ਮਾਰਗ ਤੇ ਤੁਰਿਆ ਤੁਸੀਂ ਹਰ ਹਾਲਤ ਵਿੱਚ ਸਾਂਝੀਵਾਲਤਾ ਦੇ, ਸਰਬੱਤ ਦੇ ਭਲੇ ਦੇ ਉਸ ਮਕਸਦ ਨੂੰ ਹਾਸਲ ਕਰ ਸਕਦੇ ਹਾਂ, ਉਸ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਜਿਵੇਂ ਮੇਰੇ ਬਾਰੇ ਦੱਸਿਆ ਗਿਆ ਕਿ ਮੈਂ ਬਹੁਤ ਵਧੀਆ ਲਿਖਦਾ, ਮੈਂ ਵਧੀਆ ਤਾਂ ਨਹੀਂ ਕਹਿ ਸਕਦਾ, ਮੈਂ ਲਿਖਦਾ ਰਹਿਣਾ। ਤੇ ਨਾਮ ਮਾਰਗ ਅੱਗੇ ਇਹ ਸਵਾਲ ਪੈਦਾ ਹੁੰਦਾ ਵੀ ਉਹ ਨਾਮ ਮਾਰਗ ਕੀ ਹੈ। ਤੇ ਅੱਜ ਕੱਲ੍ਹ ਮੈਂ ਜਦੋਂ ਵੀ ਕਿਤੇ ਨਾਮ ਮਾਰਗ ਦੀ ਗੱਲ ਕਰਦਾ ਜਾਂ ਨਾਮ ਦੀ ਗੱਲ ਕਰਦਾ, ਮੈਂ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਮਿੱਠੀਆਂ ਮਿੱਠੀਆਂ ਗੱਲਾਂ ਨਹੀਂ ਕਰੂੰਗਾ। ਮੈਂ ਥੋੜ੍ਹਾ ਜਿਹਾ ਆਪਣੇ ਦਿਲ ਦਾ ਦਰਦ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਹੈ ਕਿ ਜਦੋਂ ਮੈਂ ਬਹੁਤ ਸਾਰੇ ਥਾਵਾਂ ਦੇ ਉੱਤੇ ਜਾਂਦਾ ਤੇ ਮੈਂ ਅਕਸਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਨਾਮ ਮਾਰਗ ਦੀ ਗੱਲ ਕਰਦਾ ਤੇ ਆਪਣੇ ਦੁਸ਼ਮਣ ਮਿੱਤਰ ਹੀ ਕੁਝ ਲੋਕ
ਉਹ ਇਸ ਤਰ੍ਹਾਂ ਸ਼ੱਕ ਕਰਨ ਲੱਗ ਪੈਂਦੇ ਆ ਵੀ ਇਹ ਸ਼ਾਇਦ ਇਹ ਜਾਂ ਤਾਂ ਰਾਧਾ ਸੁਆਮੀ ਹੈ ਜਾਂ ਇਹ ਨਾਮਧਾਰੀ ਹੈ। ਤੇ ਮੈਂ ਰਾਧਾ ਸੁਆਮੀ ਵੀ ਨਹੀਂ ਹਾਂ। ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਨਾਮਧਾਰੀ ਹੋਣਾ ਤਾਂ ਬਹੁਤ ਵੱਡੀ ਗੱਲ ਆ, ਤੇ ਮੈਂ ਉਹ ਵੀ ਨਹੀਂ ਹਾਂ। ਮੈਂ ਤਾਂ ਦੱਸਿਆ ਵੀ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਹੁਤ ਅਦਨਾ ਜਿਹਾ ਸਧਾਰਨ ਜਿਹਾ ਸਿੱਖ ਹਾਂ, ਤੇ ਮੈਂ ਨਾਮ ਮਾਰਗ ਦੀ ਅਕਸਰ ਗੱਲ ਕਰਦਾ। ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਸ ਮਾਰਗ ਨੂੰ ਸਮਝਣ ਲਈ ਇੱਕ ਹੋਰ ਇੱਕ ਮੈਥਡ, ਇੱਕ ਤਰੀਕਾ ਦਿੱਤਾ। ਉਹ ਤਰੀਕਾ ਦਿੱਤਾ ਚਿੰਤਨ ਦਾ। ਚਿੰਤਨ ਦੋ ਤਰ੍ਹਾਂ ਦਾ ਹੁੰਦਾ, ਇੱਕ ਦੂਸਰਿਆਂ ਦਾ ਚਿੰਤਨ ਕਰਨਾ, ਇੱਕ ਆਤਮ ਚਿੰਤਨ ਕਰਨਾ। ਦੂਸਰਿਆਂ ਦਾ ਚਿੰਤਨ ਕਰਨਾ ਬਹੁਤ ਸੌਖਾ ਔਰ ਹਰ ਇੱਕ ਨੂੰ ਬੜਾ ਵਧੀਆ ਲੱਗਦਾ। ਦੂਸਰਿਆਂ ਦਾ ਚਿੰਤਨ ਬੜਾ ਸਵਾਦਲਾ ਹੁੰਦਾ। ਤੁਸੀਂ ਦੂਸਰਿਆਂ ਬਾਰੇ ਗੱਲਾਂ ਕਰ ਰਹੇ ਆ, ਔਰ ਦੂਸਰਿਆਂ ਦਾ ਚਿੰਤਨ ਜਿਹੜਾ, ਦੂਸਰਿਆਂ ਦੀਆਂ ਗੱਲਾਂ, ਇਹ ਮੈਂ ਦੇਖਿਆ ਕਿ ਅਕਸਰ ਇਹ ਨਿੰਦਿਆ ਚੁਗਲੀ ਵਿੱਚ ਪਲਟ ਜਾਂਦੀਆਂ। ਤੇ ਸਭ ਤੋਂ ਔਖਾ ਜਿਹੜਾ ਨਾਮ ਮਾਰਗ ਵੱਲ ਵਧਣ ਦਾ ਜਿਹੜਾ ਇੱਕ ਮੈਥਡ, ਇੱਕ ਤਰੀਕਾ, ਉਹ ਹੈ ਆਤਮ ਚਿੰਤਨ ਦਾ। ਆਪਣੇ ਅੰਦਰ ਵੱਲ ਝਾਕਣਾ। ਸਿਮਰਨ ਵੀ ਇੱਕ ਤਰ੍ਹਾਂ ਆਤਮ ਚਿੰਤਨ ਹੈ। ਕਹਿੰਦੇ ਆ ਵੀ ਜਦੋਂ ਤੁਸੀਂ ਕਿਸੇ ਵੱਲ ਇੱਕ ਉਂਗਲੀ ਕਰਦੇ ਆ ਤੇ 3 ਉਂਗਲੀਆਂ ਤੁਹਾਡੇ ਵੱਲ ਹੋ ਜਾਂਦੀਆਂ। ਹਜ਼ਰਤ ਮੁਹੰਮਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਸ਼ਿਰਕ ਦੀ ਗੱਲ ਬਹੁਤ ਕਰਦੇ ਆ। ਇਸਲਾਮ ਦਾ ਇੱਕ ਕਨਸੈਪਟ ਹੈ ਸ਼ਿਰਕ। ਸ਼ਿਰਕ ਦਾ ਮਤਲਬ ਹੁੰਦਾ ਵੀ ਰੱਬ ਦਾ ਸ਼ਰੀਕੇਬਾਜ਼। ਉਹ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਨੂੰ ਪੁੱਛਿਆ ਵੀ ਉਹ ਸ਼ਰੀਕਾ ਕੌਣ ਹੈ, ਸ਼ਿਰਕ ਕਿੱਥੇ ਹੁੰਦਾ ਆ? ਤੇ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਹਿਰਦੇ ਵੱਲ ਇਸ਼ਾਰਾ ਕੀਤਾ ਵੀ ਸ਼ਿਰਕ ਇੱਥੇ ਹੁੰਦਾ ਆ, ਉਹ ਸਾਡੇ ਆਪਣੇ ਅੰਦਰ ਹੀ ਹੁੰਦਾ ਆ। ਔਰ ਉਹ ਸ਼ਿਰਕ ਜਿਹੜਾ ਆਪਣੇ ਅੰਦਰੋਂ, ਜਾਂ ਸ਼ੱਕ ਦਾ ਭਾਵ, ਜਾਂ ਦੂਜ ਦਾ ਭਾਵ, ਦੂਈ ਦਾ ਭਾਵ, ਉਹ ਤਦ ਹੀ ਮਿਟਿਆ ਜਾ ਸਕਦਾ ਜੇ ਤੁਸੀਂ ਆਪਣੀਆਂ ਨਜ਼ਰਾਂ ਆਪਣੇ ਵੱਲ ਘੁਮਾਓਗੇ, ਆਤਮ ਚਿੰਤਨ ਕਰੋਗੇ, ਆਪਣੇ ਆਪ ਬਾਰੇ ਸੋਚਾਂਗੇ। ਆਤਮ ਚਿੰਤਨ ਦਾ ਇੱਥੇ ਮੇਰਾ ਮਤਲਬ ਇਹ ਨਹੀਂ ਵੀ ਇੱਕ ਆਤਮ ਚਿੰਤਨ ਬੰਦੇ ਦਾ ਨਿੱਜੀ ਵੀ ਹੁੰਦਾ, ਇੱਕ ਕੌਮੀ ਵੀ ਹੁੰਦਾ ਵੀ ਅਸੀਂ ਆਪਣੀ ਕੌਮ, ਆਪਣਾ ਸਮਾਜ, ਆਪਣਾ ਲੋਕ, ਆਪਣਾ ਜਿਹੜਾ ਧੜਾ ਆ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਜੋੜ ਕੇ ਦੇਖਦੇ ਹਾਂ, ਉਹ ਕੀ ਕਰ ਰਿਹਾ, ਉੱਥੇ ਕੀ ਹੋ ਰਿਹਾ। ਮੇਰਾ ਖਿਆਲ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ, ਜਿਹਨੂੰ ਬਾਣੀ ਵਿੱਚ ਆਇਆ, ਉਹਨਾਂ ਨੇ ਸੁਖਮਨੀ ਸਾਹਿਬ 'ਚ ਆਇਆ, ਆਪ ਜਪੈ ਅਵਰਾ ਨਾਮ ਜਪਾਵੈ। ਜਿਹੜਾ ਆਤਮ ਚਿੰਤਨ ਕਰਦਾ ਉਹੀ ਦੂਸਰਿਆਂ ਨੂੰ ਉਪਦੇਸ਼ ਕਰ ਸਕਦਾ। ਜਿਹੜਾ ਆਪ ਆਤਮ ਚਿੰਤਨ ਨਹੀਂ ਕਰਦਾ, ਉਹਨੂੰ ਦੂਸਰੇ ਦੇ ਚਿੰਤਨ ਦਾ ਵੀ ਕੋਈ ਹੱਕ ਨਹੀਂ ਹੈ। ਤੇ ਮੈਂ ਇੱਕ ਮਾਫ਼ ਕਰਨਾ, ਮੇਰਾ ਕਹਿਣ ਨੂੰ ਦਿਲ ਕਰਦਾ, ਜਿਵੇਂ ਮੇਰੇ ਤੋਂ ਪਹਿਲਾਂ ਇੱਕ ਸੰਕੇਤ ਕੀਤਾ ਗਿਆ ਸੀਗਾ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇੱਕ ਵਿਚਾਰ ਦਿੱਤਾ, ਇੱਕ ਰਸਤਾ ਦਿੱਤਾ, ਇੱਕ ਮੰਜ਼ਿਲ ਦਿੱਤੀ, ਉਹ ਯੂਨੀਵਰਸਲ ਹੈ, ਉਹ ਕੌਸਮਿਕ ਹੈ ਜਾਂ ਬ੍ਰਹਿਮੰਡਿਕ ਹੈ। ਉਹ ਜਿਵੇਂ ਅਸੀਂ ਇਹ ਗੱਲ ਨੂੰ ਸਮਝਣ ਲਈ ਸਾਇੰਟਿਸਟਾਂ ਦਾ ਹਵਾਲਾ ਦੇ ਸਕਦੇ ਹਾਂ। ਨਿਊਟਨ ਨੇ ਜਿਹੜੇ ਸਿਧਾਂਤ ਦਿੱਤੇ, ਉਹ ਨਿਊਟਨ ਕਿਹੜੇ ਦੇਸ਼ ਵਿੱਚ ਰਹਿੰਦਾ ਸੀ, ਉਹ ਉਸ ਦੇਸ਼ ਤੱਕ ਸੀਮਿਤ ਨਹੀਂ ਹੈਗੇ। ਉਹ ਇੱਥੇ ਵੀ ਉਨੇ ਹੀ ਸੱਚ ਹੈ ਜਿੰਨੇ ਉਹਦੇ ਦੇਸ਼ ਵਿੱਚ ਸੱਚ ਸੀਗੇ। ਕਿਸੇ ਨੇ ਮੋਬਾਈਲ ਬਣਾਇਆ, ਇਹ ਇੱਦਾਂ ਨਹੀਂ ਹੈ ਵੀ ਜਿਨ੍ਹਾਂ ਨੇ ਬਣਾਇਆ ਉੱਥੇ ਹੀ ਚੱਲਦਾ ਜਾਂ ਉੱਥੇ ਤੱਕ ਹੀ ਸੀਮਿਤ ਸੀ, ਉਹ ਇੱਥੇ ਵੀ ਚੱਲਦਾ। ਇਸ ਤਰ੍ਹਾਂ ਗੁਰੂ ਨਾਨਕ ਦੇ ਸੱਚ ਨੂੰ, ਪਾਤਸ਼ਾਹ ਦੇ ਰਸਤੇ ਨੂੰ ਘਟਾ ਕੇ ਪੰਜਾਬ ਤੱਕ ਸੀਮਿਤ ਕਰ ਲੈਣਾ, ਇਹ ਮੇਰਾ ਖਿਆਲ ਹੈ ਬਹੁਤ ਵੱਡਾ ਅਨਿਆਂ ਆ। ਉਸ ਸੱਚ ਨਾਲ, ਉਸ ਫਲਸਫੇ ਦੇ ਨਾਲ ਇੱਕ ਯੂਨੀਵਰਸਲ ਰਿਐਲਿਟੀ, ਇੱਕ ਯੂਨੀਵਰਸਲ ਸੱਚ, ਇੱਕ ਬ੍ਰਹਿਮੰਡਿਕ ਸੱਚ, ਉਹਨੂੰ ਧਰਤੀ ਦੇ ਇੱਕ ਛੋਟੇ ਜਿਹੇ ਖਿੱਤੇ ਤੱਕ ਸੀਮਿਤ ਕਰਨਾ, ਇਹ ਉਹਦੇ ਨਾਲ ਨਿਆਂ ਆ। ਔਰ ਅਗਲੀ ਗੱਲ ਇਹ ਆ ਵੀ ਅਸੀਂ ਉਸ ਖਿੱਤੇ ਨੂੰ ਵੀ ਘਟਾ ਕੇ, ਛੋਟਾ ਕਰਕੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਕਰ ਲਿਆ। ਜਿਵੇਂ ਸਾਡਾ ਧਰਤੀ ਦਾ ਇਹ ਟੁਕੜਾ ਜਿਹੜਾ ਸੀਮਿਤ ਹੋਈ ਜਾਂਦਾ, ਉਸ ਤਰ੍ਹਾਂ ਅਸੀਂ ਗੁਰੂ ਨਾਨਕ ਦੇ ਸੱਚ ਨੂੰ ਘਟਾ ਕੇ ਉਹਨੂੰ ਵੀ ਸੀਮਿਤ ਕਰ ਰਹੇ ਹਾਂ। ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਵੀ ਕਿਸੇ ਵੇਲੇ ਗੁਰੂ ਨਾਨਕ ਦਾ ਜਿਹੜਾ ਫਲਸਫਾ, ਗੁਰੂ ਨਾਨਕ ਦੀ ਸੋਚ, ਗੁਰੂ ਨਾਨਕ ਪਾਤਸ਼ਾਹ ਦਾ ਸੱਚ, ਜਿਹਨੂੰ ਅਸੀਂ ਸਾਂਝੀਵਾਲਤਾ
ਤੇ ਸਰਬੱਤ ਦੇ ਭਲੇ, ਇਹ ਦੋ ਟਰਮਾਂ ਦੇ ਵਿੱਚ ਅਸੀਂ ਉਹਨੂੰ ਵਿਅਕਤ ਕਰਦੇ ਹਾਂ। ਇਹ ਘਟਦਾ ਸਿਰਫ ਅਰਦਾਸ ਦੇ ਇੱਕ ਅਖੀਰਲੇ ਵਾਕ ਤੱਕ ਸੀਮਿਤ ਹੋ ਗਿਆ। ਔਰ ਸਾਡੇ ਕਾਰਜ ਵਿਧੀਆਂ ਉਹਨਾਂ ਵਿੱਚੋਂ ਇਹ ਖਾਰਜ ਹੋ ਗਿਆ। ਤੇ ਇੱਕ ਵੇਲਾ ਆਇਆ, ਗੁਰੂ ਨਾਨਕ ਪਾਤਸ਼ਾਹ ਦੇ ਉਸ ਪੰਥ ਨੇ ਉਸ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਆਨੰਦਪੁਰ ਦੇ ਮਤੇ ਤੱਕ ਘਟਾ ਲਿਆ। ਔਰ ਉਹਦੇ ਲਈ ਸਾਡੇ ਸਮਾਜ ਨੇ ਕਿੱਡਾ ਵੱਡਾ ਸੰਘਰਸ਼ ਕੀਤਾ, ਮੈਂ ਉਹ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ, ਲੇਕਿਨ ਉਹ ਸਾਨੂੰ ਹੁਣ ਉਹ ਵੀ ਭੁੱਲ ਗਿਆ। ਪਹਿਲਾਂ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਗੱਲ ਭੁੱਲੀ, ਫਿਰ ਆਨੰਦਪੁਰ ਦਾ ਮਤਾ ਹੀ ਭੁੱਲ ਗਿਆ, ਤੇ ਅੱਜ ਕੱਲ੍ਹ ਅਸੀਂ ਉਹਨੂੰ ਘਟਾ ਕੇ MSP ਤੱਕ ਸੀਮਿਤ ਕਰ ਲਿਆ, ਜਿਹਦੇ ਲਈ ਸਾਡਾ ਸਾਰਾ ਪੰਜਾਬ ਹੁਣ ਪੱਬਾਂ ਭਾਰ ਹੋਇਆ ਪਿਆ। ਮੈਂ ਉਹਦੀ ਆਲੋਚਨਾ ਨਹੀਂ ਕਰਦਾ, ਲੇਕਿਨ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਸਾਨੂੰ ਅੱਜ ਫਿਰ ਆਤਮ ਚਿੰਤਨ ਕਰਨ ਦੀ ਲੋੜ ਹੈ। ਗੁਰੂ ਨਾਨਕ ਦੇ ਦੱਸੇ ਰਾਹ ਨੂੰ ਜਾਣਨ ਦੀ ਲੋੜ ਹੈ, ਔਰ ਉਹ ਜਿਹੜਾ ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਉਹਨੂੰ ਆਪਣੇ ਸਾਹਮਣੇ ਰੱਖਣ ਦੀ ਲੋੜ ਹੈ। ਤੇ ਉਸ ਮਕਸਦ ਲਈ ਨਾਮ ਮਾਰਗ ਨੂੰ ਅਪਣਾਉਣ ਦੀ ਲੋੜ ਹੈ। ਤੇ ਇਹ ਜਿਹੜੀ ਨੈਰੋਨੈਸ ਸਾਡੇ ਦਿਮਾਗ ਵਿੱਚ, ਸਾਡੇ ਦਿਲੋਂ ਦਿਮਾਗ ਵਿੱਚ ਆ ਚੁੱਕੀ ਆ, ਅਸੀਂ ਇੱਕ ਬ੍ਰਹਿਮੰਡੀ ਸੋਚ ਨੂੰ ਇੱਕ ਖੇਤਰ ਤੱਕ ਸੀਮਿਤ ਕਰਨ ਵੱਲ ਵਧੇ ਹੋਏ ਆ। ਇਹਨੂੰ ਫਿਰ ਵਧਾਉਣਾ ਚਾਹੀਦਾ। ਬੇਸ਼ੱਕ ਅਸੀਂ ਇਹ ਜਿਹੜੀਆਂ ਰਾਜਨੀਤਿਕ ਹੱਦਾਂ, ਸਰਹੱਦਾਂ, ਇਹਨਾਂ ਦਾ ਹੱਲ ਸਾਡੇ ਕੋਲ ਨਹੀਂ ਹੈ, ਪਰ ਅਸੀਂ ਆਪਣੀਆਂ ਮਾਨਸਿਕ ਤੇ ਬੌਧਿਕ ਹੱਦਾਂ ਜ਼ਰੂਰ ਤੋੜ ਸਕਦੇ ਹਾਂ। ਅਸੀਂ ਦੁਨੀਆ ਦੇ ਭਾਈਚਾਰਿਆਂ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰ ਸਕਦੇ ਹਾਂ, ਉਹਨਾਂ ਨਾਲ ਅਸੀਂ ਭਾਈਵਾਲੀ ਪਾ ਸਕਦੇ ਹਾਂ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਅਸੀਂ ਇਸ ਉਪਲਕਸ਼ ਦੇ ਮੁਤਾਬਕ ਚੱਲ ਕੇ ਸਾਰੀ ਦੁਨੀਆ ਦੇ ਨਾਲ ਇੱਕ ਰਿਸ਼ਤਾ ਜਿਹੜਾ ਕਾਇਮ ਕਰ ਸਕਦੇ ਹਾਂ। ਮੈਂ ਤੁਹਾਡੇ ਸਾਹਮਣੇ ਨਾਮ ਮਾਰਗ ਦੀ ਗੱਲ ਕੀਤੀ ਹੈ। ਮੈਂ ਇਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਮੈਂ ਇੱਕ ਕਾਲਜ ਦਾ ਟੀਚਰ ਹਾਂ। ਮੈਂ ਯੂਨੀਵਰਸਿਟੀ ਵਿੱਚ ਪੜ੍ਹਿਆ ਤੇ ਅੱਜ ਤੱਕ ਮੈਂ ਪੜ੍ਹਦਾ। ਇਹ ਸਾਡੇ ਫਲਸਫੇ ਦੀ ਚੂਲ ਹੈ ਨਾਮ ਮਾਰਗ, ਜਿਹਨੂੰ ਅਸੀਂ ਸੈਂਟਰਲ ਆਈਡੀਆ ਕਹਿ ਦਿੰਦੇ ਹਾਂ। ਲੇਕਿਨ ਸਾਡੀਆਂ ਲਾਇਬ੍ਰੇਰੀਆਂ ਵਿੱਚ ਸਾਡੇ ਵਿਦਵਾਨਾਂ ਨੇ ਕੋਈ ਕਿਤਾਬ ਸਾਨੂੰ ਨਾਮ ਦੇ ਉੱਤੇ ਲਿਖੀ ਹੋਈ ਇਸ ਤਰ੍ਹਾਂ ਦੀ ਨਹੀਂ ਮਿਲਦੀ ਜਿਹੜੀ ਵਿਦਵਾਨ ਜਿਹਨੂੰ ਪੜ੍ਹ ਸਕਣ। ਇੱਕ ਪ੍ਰਚਾਰ ਦੇ ਪੱਧਰ ਦੇ ਉੱਤੇ ਨਾਮ ਦੀਆਂ ਗੱਲਾਂ, ਨਾਮ ਦੇ ਹਵਾਲੇ ਉਹ ਸਾਨੂੰ ਬਹੁਤ ਸਾਰੇ ਮਿਲ ਜਾਂਦੇ ਆ, ਲੇਕਿਨ ਜੇ ਅਸੀਂ ਵਿਸ਼ਵ ਨੂੰ ਦੱਸਣਾ ਹੋਵੇ, ਖਾਸ ਤੌਰ 'ਤੇ ਅੱਜ ਦੇ ਮੁਹਾਵਰੇ ਵਿੱਚ ਜਿਹਨੂੰ ਅਸੀਂ ਯੂਰਪੀਅਨ ਮਾਈਂਡ ਕਹਿੰਦੇ ਹਾਂ, ਜਾਂ ਇੱਕ ਸਾਇੰਟੀਫਿਕ ਮਾਈਂਡ ਕਹਿੰਦੇ ਹਾਂ, ਜਾਂ ਇੱਕ ਮਾਡਰਨ ਮਾਈਂਡ ਕਹਿੰਦੇ ਹਾਂ, ਉਹਨੂੰ ਜਿਹੜੀ ਗੱਲ ਸਮਝ ਆ ਸਕੇ, ਉਸ ਮੁਹਾਵਰੇ ਵਿੱਚ ਅਸੀਂ ਨਾਮ ਮਾਰਗ ਦੀ ਗੱਲ ਨਹੀਂ ਕਰ ਸਕੇ। ਇਹ ਵੀ ਹੋ ਸਕਦਾ ਵੀ ਕਿਸੇ ਨੇ ਕੀਤੀ ਹੋਵੇ, ਮੈਨੂੰ ਨਾ ਪਤਾ ਹੋਵੇ, ਮੈਂ ਆਪਣੀ ਅਗਿਆਨਤਾ ਨੂੰ ਵੀ ਸਾਹਮਣੇ ਰੱਖ ਰਿਹਾ। ਲੇਕਿਨ ਜਿੰਨਾ ਕਿ ਮੈਨੂੰ ਜਾਣਕਾਰੀ ਆ, ਸਾਡੇ ਪੰਜਾਬ ਦੇ ਇੱਕ ਬਹੁਤ ਵੱਡੇ ਚਿੰਤਕ, ਬਹੁਤ ਵੱਡੇ ਵਿਦਵਾਨ ਹੋਏ ਡਾਕਟਰ ਮੋਹਨ ਸਿੰਘ ਦੀਵਾਨਾ, ਜਿਹੜੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਹੋਏ, ਜਿਨ੍ਹਾਂ ਨੇ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੀ ਜਿਹੜੀ MA ਦੀ ਕਲਾਸ ਜਿਹੜੀ ਸ਼ੁਰੂ ਕਰਵਾਈ ਸੀ। ਉਹਨਾਂ ਨੇ ਨਾਮ ਬਾਰੇ ਕੁਝ ਲਿਖਿਆ ਤੇ ਅੱਜ ਕੱਲ੍ਹ ਉਹਨਾਂ ਦੇ ਫਰਜ਼ੰਦ ਪ੍ਰੋਫੈਸਰ JPS ਓਬਰਾਏ, ਉਹਨਾਂ ਨੇ ਇੱਕ ਸਿੱਖੀਜ਼ਮ ਦੇ ਉੱਤੇ ਕਿਤਾਬ ਲਿਖੀ ਸੀ। ਉਹ ਕਿਤਾਬ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ ਸੀ, ਔਰ ਉਹ ਪ੍ਰੋਫੈਸਰ JPS ਓਬਰਾਏ ਦਿੱਲੀ ਸੋਸ਼ੀਓਲੋਜੀ ਡਿਪਾਰਟਮੈਂਟ ਵਿੱਚ ਰਹੇ। 90 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਆ। ਪਿਛਲੇ ਸਾਲ ਉਹਨਾਂ ਦੀ ਇੱਕ ਆਖਰੀ ਕਿਤਾਬ ਕਹਿ ਲਓ, ਉਹ ਰਿਲੀਜ਼ ਹੋਈ ਸੀ, ਜਿਹੜੀ ਕਿ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ ਆ। ਉਹ ਕਿਤਾਬ ਦਾ ਨਾਂ ਸੀ ਸੋਸਾਇਟੀ ਐਂਡ ਮਾਈਂਡ। ਉਹਦੇ ਵਿੱਚ ਇੱਕ ਚੈਪਟਰ ਨਾਮ ਬਾਰੇ ਆ।
ਉਹ ਕਿਤਾਬ ਉਹਨਾਂ ਨੇ ਸਾਡੇ ਲਈ ਨਹੀਂ ਲਿਖੀ, ਉਹ ਕਿਤਾਬ ਉਹਨਾਂ ਨੇ ਵੈਸਟ ਦੇ ਵੈਸਟਰਨ ਮਾਈਂਡ ਲਈ ਲਿਖੀ ਆ। ਜਿਹੜੇ ਵਿਸ਼ਵ ਦੇ ਵੱਡੇ ਦਾਨਸ਼ਵਰ ਜਿਹੜੇ ਆ, ਚਾਹੇ ਉਹ ਸੋਸ਼ੀਓਲੋਜਿਸਟ ਹੋਣ, ਚਾਹੇ ਉਹ ਲਿੰਗੁਇਸਟ ਹੋਣ, ਚਾਹੇ ਉਹ ਸਾਇੰਟਿਸਟ ਹੋਣ, ਉਹਨਾਂ ਨੂੰ ਐਡਰੈਸ ਕਰਕੇ, ਉਹਨਾਂ ਨੂੰ ਮੁਖਾਤਬ ਹੋ ਕੇ ਉਹਨਾਂ ਨੇ ਕਿਤਾਬ ਲਿਖੀ ਆ। ਤੇ ਮੈਂ ਬੇਨਤੀ ਵੀ ਕਰੂੰਗਾ ਕਿ ਇਸ ਸਥਾਨ ਦੇ ਉੱਤੇ ਉਹ ਕਿਤਾਬ ਹੋਣੀ ਬਹੁਤ ਜ਼ਰੂਰੀ ਆ, ਵੀ ਉਹ ਵਿਦਵਾਨ ਜਿਹੜੇ ਬੰਦੇ ਅੰਗਰੇਜ਼ੀ ਪੜ੍ਹ ਸਕਦੇ ਆ, ਉਹਨਾਂ ਨੂੰ ਉਹ ਨਾਮ ਮਾਰਗ ਵਾਲਾ ਚੈਪਟਰ ਉਸ ਕਿਤਾਬ ਦਾ ਜ਼ਰੂਰ ਪੜ੍ਹਨਾ ਚਾਹੀਦਾ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਨਾਮ ਕੀ ਆ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਨਾਮ ਦਾ ਸਿਮੈਂਟਿਕ ਫੀਲਡ, ਵੀ ਉਹ ਘੇਰਾ, ਉਹਦੇ ਅਰਥ ਦਾ ਘੇਰਾ ਕੀ ਆ ਨਾਮ ਦਾ, ਨਾਮ ਮਾਰਗ ਦਾ। ਉਹਦੇ ਵਿੱਚ ਉਹਨੇ ਦੱਸਿਆ ਵੀ ਇਹ ਜਿਹੜਾ ਮਨੁੱਖ ਹੈ, ਇਹ ਜਦੋਂ ਇਹਦਾ ਕਲਿਆਣ ਜਿਹੜਾ ਇਹਦੇ ਆਪਣੇ ਕੋਲੋਂ ਨਹੀਂ ਹੋ ਸਕਦਾ। ਇੱਕ ਲੂਥਰ ਨੇ ਇੱਕ ਮੁਹਾਵਰੇ ਵਜੋਂ ਗੱਲ ਕਹੀ ਸੀ ਕਿ ਬੰਦਾ ਆਪਣੇ ਆਪ ਨੂੰ ਆਪਣੇ ਪੈਰਾਂ ਤੋਂ ਫੜ ਕੇ ਉੱਪਰ ਨੂੰ ਨਹੀਂ ਚੁੱਕ ਸਕਦਾ, ਉਹਨੂੰ ਆਪਣੇ ਆਪ ਤੋਂ ਕਿਸੇ ਤੀਜੀ ਏਜੰਸੀ, ਬਾਹਰਲੀ ਕਿਸੇ ਚੀਜ਼ ਦਾ ਸਹਾਰਾ ਲੈਣ ਦੀ ਲੋੜ ਪੈਂਦੀ ਆ ਕਿ ਉਹ ਆਪਣੇ ਆਪ ਨੂੰ ਉੱਪਰ ਚੱਕ ਸਕੇ। ਤੇ ਉਹ ਜਿਹੜੀ ਤੀਜੀ ਚੀਜ਼ ਹੈ ਜਾਂ ਬਾਹਰਲੀ ਚੀਜ਼ ਹੈ, ਬੰਦੇ ਨੂੰ ਆਪਣੇ ਕਲਿਆਣ ਲਈ, ਆਪਣੇ ਆਪ ਨੂੰ ਇਸ ਨਰਕ ਵਿੱਚੋਂ ਜਾਂ ਇਸ ਜਿਲਤ ਵਿੱਚੋਂ ਬਾਹਰ ਕੱਢਣ ਲਈ, ਉਹ ਪਰਮਾਤਮਾ ਦਾ ਸੰਦੇਸ਼ ਹੈ, ਵਾਹਿਗੁਰੂ ਦਾ ਸੰਦੇਸ਼, ਰੱਬ ਦਾ ਸੰਦੇਸ਼, ਜਿਹਨੂੰ ਅਸੀਂ ਇਲਹਾਮ ਕਹਿੰਦੇ ਹਾਂ। ਔਰ ਜਿਹੜਾ ਰੱਬ ਦਾ ਇਲਹਾਮ ਹੈ, ਵਾਹਿਗੁਰੂ ਦਾ ਇਲਹਾਮ ਹੈ, ਉਹ ਸੰਕੇਤ, ਉਹ ਸਿਗਨਲ ਇਹੋ ਜਿਹਾ ਹੁੰਦਾ ਕਿ ਜਿਹਨੂੰ ਅਸੀਂ ਸੁਣ ਨਹੀਂ ਸਕਦੇ। ਸਾਡੇ ਕੰਨ ਉਸ ਸਿਗਨਲ ਨੂੰ ਰਿਸੀਵ ਨਹੀਂ ਕਰਦੇ। ਇਹਦੇ ਲਈ ਇੱਕ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਦਾ। ਜਿਵੇਂ ਜਲੰਧਰ ਰੇਡੀਓ ਸਟੇਸ਼ਨ ਤੋਂ ਜਿਹੜਾ ਸਿਗਨਲ ਛੱਡਿਆ ਜਾਂਦਾ, ਉਹ ਸਿਗਨਲ ਸਾਡੇ ਕੰਨ ਨਹੀਂ ਕੈਚ ਕਰਦੇ, ਉਹ ਸਿਗਨਲ ਨੂੰ ਸਾਡਾ ਰੇਡੀਓ ਕੈਚ ਕਰਦਾ, ਟੈਲੀਵਿਜ਼ਨ ਕੈਚ ਕਰਦਾ। ਇਸ ਤਰ੍ਹਾਂ ਰੱਬ ਦੇ ਸ਼ਬਦ ਨੂੰ, ਉਹਨੂੰ ਸ਼ਬਦ ਕਿਹਾ ਜਾਂਦਾ। ਰੱਬ ਦਾ ਸ਼ਬਦ, ਰੱਬ ਦਾ ਸਿਗਨਲ, ਰੱਬ ਦਾ ਸੰਕੇਤ, ਉਹ ਗੁਰੂ ਸਾਹਿਬ ਜਿਹੜੇ ਆ ਉਹ ਉਹਨੂੰ ਰਿਸੀਵ ਕਰਦੇ ਆ। ਤੇ ਗੁਰੂ ਸਾਹਿਬ ਉਸ ਸਿਗਨਲ ਨੂੰ ਜਦੋਂ ਸਾਡੇ ਨਾਲ ਸ਼ੇਅਰ ਕਰਦੇ ਆ, ਸਾਡੇ ਸਾਹਮਣੇ ਰੱਖਦੇ ਆ, ਗੁਰੂ ਸਾਹਿਬ ਤੱਕ ਪਹੁੰਚਣ ਤੱਕ ਉਹ ਇਲਹਾਮ, ਉਹ ਰੱਬੀ ਸੰਦੇਸ਼, ਉਹਨੂੰ ਸ਼ਬਦ ਕਿਹਾ ਜਾਂਦਾ। ਜਦੋਂ ਗੁਰੂ ਸਾਹਿਬ ਦੀ ਜ਼ੁਬਾਨ ਦੇ ਨਾਲ ਛੋਹ ਕੇ ਜਾਂ ਖਹਿ ਕੇ ਉਹ ਸਾਡੇ ਤੱਕ ਪੁੱਜਦਾ, ਉਦੋਂ ਉਹਨੂੰ ਅਸੀਂ ਬਾਣੀ ਕਹਿੰਦੇ ਹਾਂ। ਇਹ ਰਿਸ਼ਤਾ ਜਿਹੜਾ ਮਨੁੱਖ ਦਾ ਤੇ ਰੱਬ ਦਾ, ਇਹ ਕਾਦਰ ਤੇ ਕੁਦਰਤ ਦਾ ਰਿਸ਼ਤਾ। ਕਾਦਰ ਇੱਕ ਹੈ, ਕੁਦਰਤ ਅਨੇਕ ਹੈ। ਜਿਵੇਂ ਬਾਪ ਇੱਕ ਹੁੰਦਾ, ਉਹਦੇ ਬੱਚੇ ਅਨੇਕ ਹੁੰਦੇ ਆ। ਬਾਪ ਜਦੋਂ ਬੱਚਿਆਂ ਨੂੰ ਆਵਾਜ਼ ਮਾਰਦਾ ਤੇ ਬੱਚੇ ਜਦੋਂ ਬਾਪ ਨੂੰ ਯਾਦ ਕਰਦੇ ਆ, ਇਹ ਨਾਮ ਦਾ ਸਿਮੈਂਟਿਕ ਫੀਲਡ ਹੈ, ਨਾਮ ਦਾ ਅਰਥ ਹੈ। ਉਹ ਕਾਦਰ ਆਪਣੀ ਕੁਦਰਤ ਦੇ ਨਾਲ ਜਿਸ ਸੰਕੇਤ ਦੇ ਜ਼ਰੀਏ ਸੰਬੰਧ ਸਥਾਪਿਤ ਕਰਦਾ, ਉਹਨੂੰ ਸ਼ਬਦ ਕਹਿੰਦੇ ਆ, ਉਹਨੂੰ ਬਾਣੀ ਕਹਿੰਦੇ ਆ। ਔਰ ਜਦੋਂ ਉਹਦੀ ਕੁਦਰਤ, ਇਹ ਖਲਕਤ, ਇਹ ਮਨੁੱਖ ਆਪਣੇ ਪਰਮ ਪਿਤਾ ਪਰਮਾਤਮਾ ਨਾਲ ਆਪਣੇ ਵੱਲੋਂ ਰਾਬਤਾ ਕਾਇਮ ਕਰਦਾ, ਉਹ ਜਿਹੜੇ ਮਾਧਿਅਮ ਰਾਹੀਂ, ਜਿਨ੍ਹਾਂ ਸ਼ਬਦਾਂ ਰਾਹੀਂ, ਜਿਸ ਚਿੰਤਨ ਰਾਹੀਂ, ਜਿਸ ਖਿਆਲ ਰਾਹੀਂ ਉਹ ਪਰਮਾਤਮਾ ਨੂੰ ਯਾਦ ਕਰਦਾ, ਉਦੋਂ ਉਹ ਨਾਮ ਹੁੰਦਾ। ਇਹ ਨਾਮ ਤੋਂ ਬਿਨਾਂ ਮੇਰਾ ਖਿਆਲ ਹੈ ਵੀ ਸਿੱਖ ਮੱਤ ਵਿੱਚ ਸਭ ਤੋਂ ਵੱਡਾ ਜਿਹੜਾ ਸਥਾਨ ਹੈ ਉਹ ਨਾਮ ਦਾ ਆ। ਬਾਣੀ ਵਿੱਚ ਤੁਸੀਂ ਇਹੋ ਜਿਹੀਆਂ ਲਾਈਨਾਂ ਪੜ੍ਹਦੇ ਆ ਵੀ ਨਾਨਕ ਕੇ ਕਰ ਕੇਵਲ ਨਾਮ। ਫਿਰ ਜਿਹੜੀ ਸਾਡੀ ਅਰਦਾਸ ਹੈਗੀ ਆ, ਉਹਦੇ ਵੀ ਅਖੀਰ ਦੇ ਵਿੱਚ ਆਉਂਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਪਜੀ ਸਾਹਿਬ, ਜਿਹਨੂੰ ਸਭ ਤੋਂ ਸ਼੍ਰੋਮਣੀ ਸਥਾਨ ਹੈ ਸਾਡੇ ਸਮਾਜ ਵਿੱਚ, ਪੰਥ ਵਿੱਚ, ਉਹਦੇ ਅਖੀਰ ਵਿੱਚ ਲਾਈਨ, ਜਿਹੜਾ ਸ਼ਲੋਕ ਆਉਂਦਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਇਹ ਠੀਕ ਹੈ, ਨਾਮ ਕੇਂਦਰੀ ਚੂਲ ਹੈ ਸਾਡੇ ਸਮਾਜ ਦੀ, ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੀ।
ਜਿਹਦੇ ਰਾਹੀਂ ਅਸੀਂ ਉਸ ਉਪਲਕਸ਼ ਤੱਕ ਪੁੱਜ ਸਕਦੇ ਹਾਂ ਜਿਹਦਾ ਨਾਮ ਸਾਂਝੀ ਵਾਲਤਾ ਤੇ ਸਰਬੱਤ ਦਾ ਭਲਾ। ਤੇ ਇਹਨੂੰ ਥੋੜ੍ਹਾ ਜਿਹਾ ਮੈਂ ਹੋਰ ਵਿਆਖਿਆ ਕਰਨੀ ਚਾਹੁੰਦਾ ਵੀ ਇਹ ਨਾਮ ਮਾਰਗ ਇਹਦੀਆਂ ਹੋਰ ਨਿਸ਼ਾਨੀਆਂ ਕੀ ਨੇ। ਮੈਂ ਅਖਬਾਰ ਵਿੱਚ ਪੜ੍ਹਿਆ ਸੀ ਕੱਲ੍ਹ ਪਰਸੋਂ ਜੇ ਸੁਰਜੀਤ ਪਾਤਰ ਹੁਣੀ ਇੱਥੇ ਆਏ ਸੀਗੇ ਔਰ ਪਾਤਰ ਸਾਹਿਬ ਨੇ ਇਸ ਪੰਜਾਬ ਬਾਰੇ ਇੱਕ ਕਵਿਤਾ ਲਿਖੀ ਜਿਹਨੂੰ ਅਸੀਂ ਸਿੱਖੀ ਦਾ ਧੁਰਾ ਸਮਝਦੇ ਹਾਂ। ਉਹਨੇ ਲਿਖੀ ਵੀ ਮਾਤਮ ਹਿੰਸਾ ਖੌਫ ਬੇਵਸੀ ਤੇ ਅਨਿਆਂ ਇਹ ਨੇ ਅੱਜ ਕੱਲ੍ਹ ਮੇਰੇ ਦਰਿਆਵਾਂ ਦੇ ਨਾਂ। ਮੌਤ ਮਾਤਮ ਹਿੰਸਾ ਖੌਫ ਬੇਵਸੀ ਤੇ ਅਨਿਆਂ ਇਹ ਨੇ ਮੇਰੇ ਅੱਜ ਕੱਲ੍ਹ ਦਰਿਆਵਾਂ ਦੇ ਨਾਂ। ਅਸੀਂ ਪੰਜਾਬ ਨੂੰ ਇਹ ਕੁਝ ਬਣਾ ਲਿਆ, ਇਹਦੀ ਗਵਾਹੀ ਪੰਜਾਬੀ ਦਾ ਅੱਜ ਦਾ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਉਹ ਆਪਣੀ ਕਵਿਤਾ 'ਚ ਦੇ ਰਹੇ ਆ। ਪਿਛਲੇ ਸਾਲ ਜਦੋਂ ਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਅਸੀਂ ਮਨਾ ਰਹੇ ਹਾਂ, ਮੈਂ ਬਹੁਤ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਤੇ ਮੈਨੂੰ ਇੱਕ ਮੌਕਾ ਮਿਲਿਆ ਕਿ ਸਾਡੀ ਜਿਹੜੀ ਸਿਰਮੌਰ ਸੰਸਥਾ ਸਮਝੀ ਜਾਂਦੀ ਹੈ SGPC, ਉਹਨਾਂ ਨੇ ਕਵੀ ਦਰਬਾਰ ਕਰਵਾਇਆ ਸੁਲਤਾਨਪੁਰ ਲੋਧੀ। ਉਸ ਕਵੀ ਦਰਬਾਰ ਦੇ ਕਿੰਨੇ ਹੀ ਪੜਾਅ ਰੱਖੇ ਗਏ ਤੇ ਉਹਦੇ ਇੱਕ ਆਖਰੀ ਪੜਾਅ ਤੋਂ ਜਿਹੜਾ ਪਹਿਲਾ ਸੀਗਾ ਉਹਦੇ ਵਿੱਚ ਮੈਨੂੰ ਇੱਕ ਜੱਜ ਦੇ ਤੌਰ ਤੇ ਸ਼ਾਮਲ ਹੋਣ ਦਾ ਮੌਕਾ ਮਿਲਿਆ ਤੇ ਉਹ ਉੱਥੇ ਸੀਗੇ ਡੇਰਾ ਬਾਬਾ ਨਾਨਕ ਹੋਇਆ ਸੀਗਾ ਉਹ ਕਵੀ ਦਰਬਾਰ। ਮੈਂ ਉਹਦੇ ਵਿੱਚ ਜੱਜਮੈਂਟ ਕਰ ਰਿਹਾ ਸੀਗਾ ਤੇ ਮੈਂ ਦੇਖ ਰਿਹਾ ਸੀਗਾ ਵੀ ਸਾਡੀ ਕਵਿਤਾ ਦਾ ਇਹ ਹਾਲ ਹੈ। ਉਹਦੇ ਵਿੱਚ ਜਿੰਨੀਆਂ ਕਵਿਤਾਵਾਂ ਪੜ੍ਹੀਆਂ ਗਈਆਂ ਸੁਣਾਈਆਂ ਗਈਆਂ ਉਹਦੇ ਵਿੱਚ ਕਿਸੇ ਨੂੰ ਵੀ ਕਵਿਤਾ ਕਹਿਣ ਨੂੰ ਜੀ ਨਹੀਂ ਸੀ ਕਰਦਾ ਵੀ ਇਹਨੂੰ ਅਸੀਂ ਕਵਿਤਾ ਕਹਿ ਸਕੀਏ। ਔਰ ਸਾਡੇ ਬੈਠਿਆਂ ਬੈਠਿਆਂ ਸਾਨੂੰ ਇੱਕ ਪੰਜਾਬ ਸਰਕਾਰ ਦੇ ਇੱਕ ਅਕਾਲੀ ਸਰਕਾਰ ਦੇ ਇੱਕ ਮਿਨਿਸਟਰ ਦਾ ਫੋਨ ਆਇਆ ਵੀ ਇਸ ਬੰਦੇ ਦੀ ਕਵਿਤਾ ਵਿੱਚ ਜ਼ਰੂਰ ਰੱਖਣੀ ਹੈ। ਮੈਂ ਹੈਰਾਨ ਹੋ ਗਿਆ ਵੀ ਜੇ ਅੱਜ ਸਾਡੀ ਕਵਿਤਾ ਲਈ ਵੀ ਸਾਡੀਆਂ ਸਰਕਾਰਾਂ ਦੇ ਸਾਡੇ ਮਿਨਿਸਟਰਾਂ ਦੇ ਫੋਨ ਆਉਣ ਲੱਗ ਪੈਣ ਵੀ ਇਹਦੀ ਕਵਿਤਾ ਜ਼ਰੂਰ ਵਿੱਚ ਰੱਖਣੀ ਆ ਤੇ ਸਾਡੀ ਕਵਿਤਾ ਦਾ ਕੀ ਹਾਲ ਹੋਊਗਾ ਤੁਸੀਂ ਹਿਸਾਬ ਲਾ ਸਕਦੇ ਆ। ਮੇਰਾ ਆਪਣਾ ਇੱਕ ਟੀਚਰ ਦੇ ਤੌਰ ਤੇ ਮੰਨਣਾ ਆ ਕਿ ਇਸ ਵੇਲੇ ਸਾਡੇ ਕੋਲ ਪੰਜਾਬ ਦੇ ਵਿੱਚ ਕਵਿਤਾ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ। ਇੱਕ ਨਾਂ ਆ ਸੁਰਜੀਤ ਪਾਤਰ, ਉਹ ਤੋਂ ਬਿਨਾਂ ਸਾਡੇ ਕੋਲ ਕਵਿਤਾ ਨਹੀਂ ਹੈ। ਔਰ ਇਸੇ ਕਰਕੇ ਕੋਈ ਪੰਜਾਬ ਦਾ ਕਵੀ ਦਰਬਾਰ ਉਦੋਂ ਤੱਕ ਮੁਕੰਮਲ ਨਹੀਂ ਹੁੰਦਾ ਜਦੋਂ ਤੱਕ ਉੱਥੇ ਸੁਰਜੀਤ ਪਾਤਰ ਹੁਣੀ ਹਾਜ਼ਰੀ ਨਹੀਂ ਭਰਦੇ। ਦੂਜੀ ਨਾਮ ਦੇ ਅੰਦਰ ਆਉਂਦੀ ਹੈ ਮਤਲਬ ਸ਼ਾਇਰੀ ਦਾ ਇਹ ਹਾਲ ਹੈ ਤੇ ਸੰਗੀਤ ਦਾ ਵੀ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਮਹਾਨ ਸੰਗੀਤਕਾਰਾਂ ਨੇ ਇਹ ਗੱਲ ਕਹੀ ਵੀ ਸਾਡਾ ਜਿਹੜਾ ਸੰਗੀਤ ਦਾ ਮੱਕਾ ਜਿੱਥੇ ਸਦਾ ਹੀ ਕੀਰਤਨ ਹੁੰਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਕਿਸੇ ਵੇਲੇ ਦੁਨੀਆ ਦੇ ਵੱਡੇ ਸੰਗੀਤਕਾਰ ਉੱਥੋਂ ਕੁਝ ਲੈਣ ਆਉਂਦੇ ਹੁੰਦੇ ਸੀਗੇ ਵੀ ਸਾਨੂੰ ਕੋਈ ਸੰਗੀਤ ਦੀ ਚੀਜ਼ ਮਿਲੇਗੀ। ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਗੱਲ ਮੈਂ ਦੇਖੀ ਨਹੀਂ ਲੇਕਿਨ ਸੁਣੀ ਆ ਵੀ ਗੁਲਾਮ ਅਲੀ ਜੀ ਕਿਤੇ ਦਰਬਾਰ ਸਾਹਿਬ ਆਏ ਔਰ ਜਦੋਂ ਚੌਂਕ ਘੰਟਾ ਘਰ ਤੋਂ ਪੌੜੀ ਉਤਰੇ ਤੇ ਉਹਨਾਂ ਦੇ ਕੰਨਾਂ 'ਚ ਕੀਰਤਨ ਦੀ ਧੁਨ ਪਈ ਤਾਂ ਉਹਨਾਂ ਦਾ ਚਿਹਰਾ ਖਰਾਬ ਜਿਹਾ ਹੋ ਗਿਆ। ਉਹਨਾਂ ਨੂੰ ਹੈਰਾਨੀ ਹੋਈ ਵੀ ਜਿੱਥੇ ਕਿਤੇ ਦੁਨੀਆ ਦੇ ਸੰਗੀਤਕਾਰ ਕੁਝ ਲੈਣ ਆਉਂਦੇ ਹੁੰਦੇ ਸੀਗੇ ਉੱਥੇ ਸੰਗੀਤ ਹੈ ਹੀ ਨਹੀਂ। ਜਦੋਂ ਤੁਸੀਂ ਪੜ੍ਹਦੇ ਆ ਖਬਰਾਂ ਤੇ ਤੁਹਾਨੂੰ ਪਤਾ ਲੱਗਦਾ ਕਿ ਉੱਥੇ ਜਦੋਂ ਕੀਰਤਨੀਆਂ ਦੀ ਭਰਤੀ ਹੁੰਦੀ ਹੈ ਤਾਂ ਸਾਡੇ ਮਿਨਿਸਟਰ ਜਿਹੜੇ ਉਹਨਾਂ ਦੀ ਸਿਫਾਰਿਸ਼ਾਂ ਆਉਂਦੀਆਂ ਵੀ ਇਹਨੂੰ ਉੱਤੇ ਕਰ ਲਓ, ਇਹਨੂੰ ਉੱਤੇ ਕਰ ਲਓ। ਔਰ ਇਹ ਮੈਂ ਆਪਣੀ ਗਵਾਹੀ ਦੇ ਰਿਹਾ ਵੀ ਜੇ ਪੰਜਾਬ ਦੇ ਵਿੱਚ ਜਾਂ ਸਿੱਖ ਸਮਾਜ ਦੇ ਵਿੱਚ ਕਿਤੇ ਸੰਗੀਤ ਦੀ ਗੱਲ ਹੁੰਦੀ ਆ ਉਹ ਇੱਥੇ ਹੁੰਦੀ ਆ, ਹੋਰ ਕਿਤੇ ਨਹੀਂ ਹੁੰਦੀ। ਸ਼ਾਇਰੀ ਦੀ ਗੱਲ
ਇੱਥੇ ਕਿੰਨੀ ਹੁੰਦੀ ਹੈ ਮੈਂ ਕਹਿ ਨਹੀਂ ਸਕਦਾ, ਲੇਕਿਨ ਸੰਗੀਤ ਦੀ ਗੱਲ ਉਹ ਇੱਥੇ ਹੁੰਦੀ ਹੈ। ਦੂਜੀ ਸੇਵਾ ਦੀ ਗੱਲ ਉਹ ਇੱਥੇ ਹੁੰਦੀ ਹੈ। ਸਿਮਰਨ ਦੀ ਗੱਲ ਉਹ ਇੱਥੇ ਹੁੰਦੀ ਹੈ, ਹੋਰ ਕਿਤੇ ਨਜ਼ਰ ਨਹੀਂ ਆਉਂਦੀ। ਜੇ ਅਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਸਮਾਗਮ ਮਨਾ ਰਹੇ ਹਾਂ, ਦੇਖੋ ਇੱਕ ਹੁੰਦਾ ਮਨਾਉਣਾ, ਸੈਲੀਬ੍ਰੇਸ਼ਨ, ਉਹ ਅਸੀਂ ਸਾਰੇ ਕਰਦੇ ਹਾਂ, ਸ਼ਾਇਦ ਸਾਡੇ ਜਿੰਨੀ ਕੋਈ ਵੀ ਨਹੀਂ ਕਰਦਾ। ਲੇਕਿਨ ਇਹ ਜਿਹੜੇ ਸਮਾਗਮ, ਇਹ ਜਿਹੜੇ ਦਿਨ, ਇਹ ਸਾਨੂੰ ਚਿੰਤਨ ਵਾਲੇ ਪਾਸੇ ਵੀ ਤੋੜਦੇ ਆ। ਇਹਨਾਂ ਨੂੰ ਸਵੈ ਪੜਚੋਲ ਲਈ, ਆਤਮ ਚਿੰਤਨ ਲਈ ਵੀ ਸਾਨੂੰ ਇਸਤੇਮਾਲ ਕਰਨਾ ਚਾਹੀਦਾ। ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਅਤੇ ਇਕੱਤਰ ਹੋ ਕੇ ਸਾਨੂੰ ਇਹ ਆਤਮ ਚਿੰਤਨ ਕਰਨਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਨਾਮ ਮਾਰਗ ਦੱਸਿਆ, ਜਿਹਦੇ ਅਧੀਨ ਸ਼ਾਇਰੀ ਆਉਂਦੀ ਹੈ, ਸੰਗੀਤ ਆਉਂਦਾ, ਸੇਵਾ ਆਉਂਦੀ ਹੈ, ਸਿਮਰਨ ਆਉਂਦਾ, ਉਹ ਸਾਨੂੰ ਪੰਜਾਬ ਦੀ ਕਿਸ ਧਰਤੀ 'ਤੇ, ਕਿਸ ਸਥਾਨ 'ਤੇ, ਕਿਸ ਸਭਾ ਵਿੱਚ ਉਪਲਬਧ ਹੁੰਦਾ ਹੈ। ਮੈਂ ਕੋਈ ਜ਼ਿਆਦਾ ਇਹਦੇ ਬਾਰੇ ਨਹੀਂ ਕਹਿਣਾ, ਤੁਹਾਨੂੰ ਆਪ ਪਤਾ। ਅਤੇ ਇਸ ਕਰਕੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾ ਲਈਏ ਅਤੇ ਇਹ ਅਪਣਾ ਕੇ ਅਸੀਂ ਸ਼ਾਇਰੀ, ਸੰਗੀਤ, ਸੇਵਾ, ਸਿਮਰਨ, ਇਹ ਚੀਜ਼ਾਂ ਹੀ ਨਾਮ ਬਣਦੀਆਂ। ਇਹਦੇ ਵਿੱਚ ਕਿਰਤ ਵੀ ਤੁਸੀਂ ਜੋੜ ਸਕਦੇ ਆ, ਕਿਰਤ, ਇਹ ਚੀਜ਼ਾਂ ਜੋੜ ਕੇ ਨਾਮ ਬਣਦਾ। ਜੇ ਅਸੀਂ ਇਹਨਾਂ ਚੀਜ਼ਾਂ ਨਾਲ ਜੁੜਾਂਗੇ, ਸੰਗੀਤ ਨਾਲ, ਸ਼ਾਇਰੀ ਨਾਲ, ਸਿਮਰਨ ਨਾਲ, ਸੇਵਾ ਨਾਲ, ਫਿਰ ਅਸੀਂ ਨਾਮਧਾਰੀ ਕਹਾਉਣ ਦੇ ਹੱਕਦਾਰ ਹੋਵਾਂਗੇ। ਫਿਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਹਾਉਣ ਦੇ ਹੱਕ ਹੋਵਾਂਗੇ। ਅਤੇ ਫਿਰ ਅਸੀਂ ਇਹ ਜਿਹੜਾ ਆਪਣੇ ਆਪ ਨੂੰ ਅਸੀਂ ਨੈਰੋ ਕਰ ਲਿਆ ਕੁਛ ਜ਼ਿਲ੍ਹਿਆਂ ਤੱਕ, ਕੁਛ ਇਹ ਹੱਦਾਂ ਸਰਹੱਦਾਂ ਤੋਂ ਅਸੀਂ ਪਾਰ ਹੋਵਾਂਗੇ। ਫਿਰ ਅਸੀਂ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਨਾਲ ਜੁੜ ਸਕਾਂਗੇ। ਮੇਰਾ ਖਿਆਲ ਹੈ ਕਿ ਮੈਂ ਅੱਜ ਤੁਹਾਨੂੰ ਆਪਣੇ ਦਿਲ ਦੀਆਂ ਸੱਚੀਆਂ ਗੱਲਾਂ ਕਹਿਣੀ ਚਾਹੁੰਦਾ ਸੀਗਾ, ਆਪਣਾ ਦਰਦ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀਗਾ। ਅੱਜ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਗੁਰੂ ਨਾਨਕ ਦੇ ਨਾਮ ਮਾਰਗ ਨੂੰ ਅਪਣਾਉਣ ਦੀ। ਅਤੇ ਮੇਰਾ ਖਿਆਲ ਹੈ ਵੀ ਇਹ ਤੋਂ ਬਿਨਾਂ ਕੋਈ ਹੋਰ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਉਹਨਾਂ ਦਾ ਵੀ ਫਾਇਦਾ ਆ, ਪਰ ਜਿਹੜੀ ਚੂਲ ਜਿਹੜੀ ਆ ਉਹ ਇਹ ਹੈ। ਅਤੇ ਇਹਨੂੰ ਜੇ ਅਸੀਂ ਛੱਡ ਦੇਵਾਂਗੇ, ਬਾਕੀ ਪੈਰੀਫਰੀ ਦੇ ਵਿੱਚ ਇੱਧਰ ਉੱਧਰਲੀਆਂ ਗੱਲਾਂ, ਉਹਨਾਂ ਦਾ ਸਾਨੂੰ ਕੋਈ ਤਾਂ ਹੀ ਫਾਇਦਾ ਹੋਊਗਾ ਜੇ ਅਸੀਂ ਆਪਣੇ ਚੂਲ ਨੂੰ ਫੜਾਂਗੇ। ਬਾਣੀ 'ਚ ਆਇਆ ਦਰ ਰਹੇ ਸੇ ਉਭਰੇ, ਜਿਹੜੇ ਦਰ ਦੇ ਨਾਲ ਜੁੜ ਜਾਂਦੇ ਆ, ਕੇਂਦਰ ਦੇ ਨਾਲ ਜੁੜ ਜਾਂਦੇ ਆ, ਸੈਂਟਰ ਦੇ ਨਾਲ, ਸੈਂਟਰਲ ਆਈਡੀਏ ਨੂੰ ਆਪਣੇ ਸਾਹਮਣੇ ਰੱਖ ਲੈਂਦੇ ਆ, ਉਹਨਾਂ ਦਾ ਉਭਾਰ ਹੁੰਦਾ। ਬਾਕੀ ਰੁਲ ਖੁੱਲ੍ਹ ਜਾਂਦੇ ਆ। ਅਤੇ ਅਸੀਂ ਰੁਲਣ ਖੁੱਲ੍ਹਣ ਤੋਂ ਮੁਕਤ ਹੋ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਲੜ ਨੂੰ ਫੜੀਏ। ਇਹਨਾਂ ਗੱਲਾਂ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।